हाँ जी, 10th class students. Today we have a second part. We will continue the video. Second part you can see, because of in last lecture we have covered how the national non-cooperation movement, how the non-cooperation movement started earlier. In part first we have covered. In this part means now the non-cooperation khilaf movement began in 1921. means non-cooperation movement ਸੀਗੀ ਜਿਹੜੀ ਉਹ ਸਟਾਰਟ ਹੋ ਗਈ ਸੀ 1921 ਦੇ ਵਿੱਚ. Now we will discuss how the people participated in this movement, because of according to ਗਾਂਧੀ ਜੀ in the ਸਵਰਾਜ ਹਿੰਦ ਬੁੱਕ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਵੀ ਜੋ ਬ੍ਰਿਟਿਸ਼ਰਸ ਨੇ how means why they are controlling us, how they are dominated upon us, because of we are cooperating है ना, ਅਸੀਂ ਉਹਨਾਂ ਨਾਲ ਕੋਆਪਰੇਟ ਕਰ ਰਹੇ ਹਾਂ. ਸੋ ਨਾਓ ਦਾ ਮੂਵਮੈਂਟ ਹੈਡ ਸਟਾਰਟਡ ਨੋਨ ਕੋਆਪਰੇਸ਼ਨ ਮੂਵਮੈਂਟ. ਸੋ ਪੀਪਲ ਹਾਊ ਦੇ ਥੋਟ in different, there are different strands within the movements. non cooperation movements ਜੋ ਲੋਕਾਂ ਨੇ ਕਿਵੇਂ ਇਸ ਬਾਰੇ ਸੋਚਿਆ, today we will talk about. So in towns ਦੀ ਜੇ ਗੱਲ ਕਰੀਏ ਅਸੀਂ, here you can see the screen. Towns, boycott of schools, colleges, services, elections, exceptions of Justice Party, economic impact. So towns ਦੇ ਵਿੱਚ ਜੋ ਬਾਈਕਾਟ ਕੀਤਾ ਗਿਆ, schools, British schools, students boycotted British schools. ਜਿਹੜੇ ਲੋਕ ਪੇਰੈਂਟਸ ਦੇ ਜਿਹੜੇ ਬੱਚੇ ਸੀ ਸਕੂਲਾਂ ਦੇ ਵਿੱਚ ਜਾਂਦੇ ਸੀ, schools at that time under the British government, so they had boycotted at that time. ਕਾਲਜਸ ਨੂੰ ਬਾਈਕਾਟ ਕੀਤਾ ਗਿਆ. ਜਿੰਨੀਆਂ ਸਰਵਿਸਿਜ਼ ਗੌਰਮੈਂਟ ਸਰਵਿਸਿਜ਼ ਸੀ ਹੈ ਨਾ, ਗੌਰਮੈਂਟ ਦੇ ਅੰਡਰ ਸੀ, ਬ੍ਰਿਟਿਸ਼ ਗੌਰਮੈਂਟ ਦੇ ਅੰਡਰ ਜੋ ਕੰਮ ਕਰਦੇ ਸੀ ਉਹਨਾਂ ਨੇ ਮੀਨਸ ਸਰਵਿਸਿਜ਼ ਨੂੰ ਮੀਨਸ ਦੇ ਹੈਡ ਲੈਫਟ ਐਟ ਦਾ ਟਾਈਮ. ਠੀਕ ਹੈ ਜੀ. ਬਟ ਦੇਰ ਵਾਜ਼ ਵਨ ਪਾਰਟੀ, ਜਸਟਿਸ ਪਾਰਟੀ ਸੀ ਜਿਹੜੀ ਜਿਨ੍ਹਾਂ ਨੇ ਮੀਨਸ ਇੱਦਾਂ ਨਹੀਂ ਕੀਤਾ, ਬਾਈਕਾਟ ਨਹੀਂ ਕੀਤਾ, ਬਿਕੋਜ਼ ਆਫ ਦੇ ਵਾਂਟਡ ਟੂ ਬਿਕਮ ਅ ਪਾਰਟ ਆਫ ਅ ਕੌਂਸਲ ਇਲੈਕਸ਼ਨਸ ਹੈ ਨਾ. ਇਕਨੋਮਿਕ ਇੰਪੈਕਟ ਪਿਆ ਨਾ ਬ੍ਰਿਟਿਸ਼ਰਸ ਦੇ, ਜੋ ਬਾਈਕਾਟ ਹੋ ਗਿਆ ਜਦੋਂ ਹੈ ਨਾ. ਸੋ ਇਹ ਟਾਊਨਸ ਦੇ ਵਿੱਚ, ਸਿਟੀ ਦੇ ਵਿੱਚ ਹੋਇਆ ਨਾ. ਇਕਨੋਮਿਕ ਜੋ ਬਿਜ਼ਨਸ ਸੀ ਉਹ ਮੀਨਸ ਕਾਫੀ ਡਾਊਨਫਾਲ ਹੋਇਆ ਨਾ ਬਿਜ਼ਨਸ ਦੇ ਵਿੱਚ, ਇਕਨੋਮਿਕ ਇੰਪੈਕਟ ਪਿਆ. ਤਾਂ ਲਿਮਿਟੇਸ਼ਨਸ ਹੈ ਨਾ ਟਾਊਨਸ ਦੇ ਵਿੱਚ ਕੀ ਦੇਖਣ ਨੂੰ ਆਇਆ. ਹੁਣ ਫਸਟ ਮੀਨਸ ਵਨ ਟਾਈਮ ਪੀਪਲ ਲੈਫਟ ਐਵਰੀਥਿੰਗ ਹੈ ਨਾ, ਕਾਲਜਸ, ਸਕੂਲਸ, ਜੋਬਸ ਹੈ ਨਾ, ਜੋਬਸ ਵੀ ਛੱਡਤੀਆਂ ਸੀ. ਵਕੀਲ ਸੀ, ਉਹਨਾਂ ਨੇ ਮੀਨਸ ਆਪਣੀ ਸਰਵਿਸਿਜ਼ ਜਿਹੜੀ ਵਕੀਲਸ ਨਹੀਂ, ਜੋ ਲਾਇਰ ਸੀਗੇ ਉਹਨਾਂ ਨੇ ਮੀਨਸ ਕੋਰਟ ਕਚਹਿਰੀ ਜਾਣਾ ਬੰਦ ਕਰਤਾ ਸੀ. ਐਵਰੀਥਿੰਗ they had left. But means on the second step they didn't have any opportunity. Means Congress had not any any substitute, any optional for the students, for the teachers, for the other servicemen you can say. So this is the suppose they have boycotted of Britishers clothes, ਬ੍ਰਿਟਿਸ਼ਰਸ ਦਾ ਜੋ ਕੱਪੜਾ ਸੀਗਾ ਉਹਨਾਂ ਨੇ ਬਾਈਕਾਟ ਕਰਤਾ. ਬਟ ਜੋ ਇੰਡੀਆ ਦੇ ਵਿੱਚ ਖਾਦੀ ਤਿਆਰ ਕੀਤਾ ਜਾਂਦਾ ਸੀਗਾ ਅਕੋਰਡਿੰਗ ਟੂ ਦਾ ਗਾਂਧੀ ਜੀ ਹੈ ਨਾ, ਗਾਂਧੀ ਜੀ ਦੇ ਅਕੋਰਡਿੰਗ ਉਹਨੂੰ ਤਿਆਰ ਕੀਤਾ ਜਾਂਦਾ ਸੀ. ਜਿਵੇਂ ਕਿਹਾ ਸੀ ਵੀ ਖਾਦੀ ਨੂੰ ਤਿਆਰ ਕਰੋ ਨਾ, ਚਰਖਾ ਦਿਖਾਇਆ ਗਿਆ ਉਹਨਾਂ ਦੀ ਪਿਕਚਰ ਦੇ ਵਿੱਚ ਵੀ ਚਰਖਾ ਕਰਦੇ ਸੀ ਉਹ. ਪਰ ਖਾਦੀ ਜਿਹੜਾ ਬਹੁਤ ਮਹਿੰਗਾ ਸੀ, ਉਹਦੇ ਉੱਪਰ ਲੇਬਰ ਲੱਗਦੀ ਸੀ, ਜ਼ਿਆਦਾ ਵਧੀਆ ਵੀ ਨਹੀਂ ਸੀ. ਮੀਨਸ ਇਟ ਵਾਜ਼ ਨਾਟ ਲੁਕਿੰਗ ਸੋ ਨਾਈਸ ਨਾ, ਜਿੱਦਾਂ ਦੇ ਅਸੀਂ ਸੋਹਣੇ ਕੱਪੜੇ ਪਾਉਣੇ ਆ ਅਸੀਂ ਪ੍ਰਿੰਟਿੰਗ ਟਾਈਪ ਦੇ, ਤਾਂ ਇੱਦਾਂ ਵਧੀਆ ਨਹੀਂ ਦਿਸਦਾ ਸੀ ਉਹ, ਅਤੇ ਮਹਿੰਗਾ ਵੀ ਸੀ. ਬ੍ਰਿਟਿਸ਼ਰਸ ਦੇ ਕਲੋਥ ਸਸਤੇ ਵੀ ਸੀ ਅਤੇ ਸੋਹਣੇ ਵੀ ਸੀ, ਬਿਕੋਜ਼ ਆਫ ਦੇ ਮੇਡ ਇਨ ਯੂਰਪ ਦੇ ਵਿੱਚ ਇੰਡਸਟਰੀਲਾਈਜੇਸ਼ਨ ਆ ਗਿਆ ਸੀਗਾ, ਯੂਰਪ ਦੇ ਵਿੱਚ ਉਹ ਬਣਾਉਂਦੇ ਸੀਗੇ ਅਤੇ ਵਧੀਆ ਬਣਦੇ ਸੀ ਅਤੇ ਸਸਤੇ ਸੀ ਹੈ ਨਾ.
दैट्स दिस इज़ द लिमिटेशन है ना। एक्सपेंसिव खाधी सी है ना, अल्टरनेटिव नहीं सी कोई स्कूल उन्होंने को इंडियन स्कूल नहीं सी है ना भी उन्होंने उधर भेज सकन, एंड जॉब्स लिए कोई प्रबंध नहीं सी जिन्हें जॉब स्टडी सी। दिस दीज वर द लिमिटेशंस है ना, टू लिमिटेशंस वी हैव गॉट। दिस इज़ द इन टाउन साइड। नाउ वी हैव अ इन countryside means villagers, how villagers participated in the non cooperation movement। उन्होंने नॉन ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਕਿਵੇਂ ਪਾਰਟਿਸਿਪੇਟ ਕੀਤਾ। ਠੀਕ ਹੈ ਜੀ, ਜੋ ਪੀਜ਼ੈਂਟਸ ਸੀ ਨਾ, ਫਸਟ ਆਫ ਆਲ ਪੀਜ਼ੈਂਟਸ ਦੀ ਗੱਲ ਕਰੀਏ, ਪੀਜ਼ੈਂਟਸ ਨੇ ਮੀਨਸ ਕਿਵੇਂ ਪਾਰਟਿਸਿਪੇਟਡ ਕੀਤਾ। ਜੋ ਬਾਬਾ ਰਾਮਚੰਦਰ ਹੈ ਨਾ, ਜੋ ਇਹਨਾਂ ਨੂੰ ਲੀਡ ਕਰਦੇ ਸੀਗੇ, ਨਾਈ ਧੋਬੀ ਬੰਸ ਹੈ ਨਾ, ਜੋ ਵੀ ਜਿੰਨੀਆਂ ਵੀ ਸਰਵਿਸਿਜ਼ ਸੀਗੀਆਂ ਜਿਹੜੀਆਂ ਮੀਨਸ ਇੱਕ ਬਾਰਬਰਸ ਦੀਆਂ ਜਾਂ ਵਾਸ਼ਰਮੈਨ ਦੀਆਂ ਹੈ ਨਾ, ਇਹ ਸਾਰੀਆਂ ਸਰਵਿਸਿਜ਼ ਜਿਹੜੀਆਂ ਵੱਡੇ ਬ੍ਰਿਟਿਸ਼ਰਸ ਨੂੰ ਦਿੰਦੇ ਸੀ ਜਾਂ ਵੱਡੇ ਕਿਸਾਨਾਂ ਨੂੰ ਦਿੰਦੇ ਸੀ, ਉਹ ਬੰਦ ਕਰਤੀਆਂ ਸੀ ਇਹਨਾਂ ਨੇ। ਉਦੋਂ ਕਿਸਾਨ ਸਭਾ ਬਣਾਈ ਗਈ ਪੀਜ਼ੈਂਟਸ ਦੁਆਰਾ ਹੈ ਨਾ। ਸੋ ਇਹਦੀਆਂ ਲਿਮਿਟੇਸ਼ਨ ਸੀਗੀਆਂ ਕੁਛ, ਜੋ ਕਿਸਾਨ ਸੀ ਨਾ, ਪੀਜ਼ੈਂਟ ਸੀਗੇ, ਉਹਨਾਂ ਨੇ ਵਾਇਓਲੇਸ਼ਨ ਕ੍ਰੀਏਟ ਕਰਤੀ ਸੀਗੀ। ਤਾਲੁਕਦਾਰ ਦੇ ਜੋ ਹਾਊਸ ਸੀ ਉਹਨਾਂ ਦੇ ਉੱਪਰ ਹਮਲਾ ਕਰਤਾ, ਉਹਨਾਂ ਨੂੰ ਲੁੱਟਿਆ ਗਿਆ, ਮਚਾਇਆ ਗਿਆ ਹੈ ਨਾ, ਜੋ ਅਮੀਰ ਕਿਸਾਨ ਸੀ ਤਾਲੁਕਦਾਰ। ਠੀਕ ਹੈ, ਦਿਸ ਇਜ਼ ਇਹ ਦੇਖਣ ਨੂੰ ਮਿਲਿਆ ਸਾਨੂੰ ਜੋ ਕੰਟਰੀ ਸਾਈਡ ਪੀਜ਼ੈਂਟਸ ਦੇ ਵਿੱਚ। ਜੋ ਇਹ ਪੀਜ਼ੈਂਟਸ ਟਰਾਈਬਸ ਦੇ ਵਿੱਚ ਵੀ ਜਿਵੇਂ ਗੁੜੈਮ ਹਿਲ ਸੀਗੀ ਆਂਧਰਾ ਪ੍ਰਦੇਸ਼ ਦੇ ਵਿੱਚ ਹੈ ਨਾ, ਅਲੌਰੀ ਸੀਤਾਰਾਮ ਉਹਦੇ ਵਿੱਚ ਜੋ ਮੇਨ ਉਹਨੂੰ ਲੀਡ ਕਰਦਾ ਸੀ ਟਰਾਈਬਸ ਪੀਪਲ ਨੂੰ, ਉਸ ਆਈਡੀਏ ਨੂੰ। ਮੀਨਸ ਗਾਂਧੀ ਦੇ ਆਈਡੀਏ ਨਾਲ ਮੀਨਸ ਮਿਲ ਕੇ ਚੱਲਿਆ ਸੀ ਵੀ ਗਾਂਧੀ ਦਾ ਜੋ ਆਈਡੀਆ ਠੀਕ ਹੈ ਨਾ ਸਵਰਾਜ ਦਾ, ਪਰ ਉਹ ਇੱਕ ਜਗ੍ਹਾ 'ਤੇ ਮੀਨਸ ਉਹ ਇਹ ਕਹਿੰਦਾ ਸੀ ਵੀ ਜਿਹੜਾ ਮੀਨਸ ਗਾਂਧੀ ਕਹਿੰਦਾ ਵੀ ਨੋਨ ਵਾਇਓਲੇਸ਼ਨ, ਪਰ ਉਹ ਨਹੀਂ ਮੰਨਦਾ ਸੀ ਇਸ ਚੀਜ਼ ਨੂੰ। ਉਹ ਕਹਿੰਦਾ ਵੀ ਜੇ ਆਜ਼ਾਦੀ ਲੈਣੀ ਆ ਤਾਂ ਵਾਇਓਲੇਸ਼ਨ ਹੋਊਗੀ। ਤਾਂ ਉਹਦੇ ਆਈਡੀਏ ਨਾਲ ਥੋੜ੍ਹਾ ਬਹੁਤ ਮਿਲਦਾ ਵੀ ਸੀ, ਗਾਂਧੀ ਜੀ ਨਾਲ ਥੋੜ੍ਹਾ ਬਹੁਤ ਮਿਸਮੈਚ ਵੀ ਹੁੰਦਾ ਸੀ। ਇਹਦੀ ਕੋਈ ਲਿਮਿਟੇਸ਼ਨਸ ਨਹੀਂ ਸੀ। ਪਲਾਂਟੇਸ਼ਨਸ ਦੇ ਵਿੱਚ ਹੈ ਨਾ, ਜੋ ਪਲਾਂਟੇਸ਼ਨ ਸੀ, ਜਿਵੇਂ ਅਸੀਂ ਟੀ ਪਲਾਂਟੇਸ਼ਨ ਜਾਂ ਕਾਫੀ ਪਲਾਂਟੇਸ਼ਨ ਦੀ ਗੱਲ ਕਰੀਏ, ਸਮ ਵਰਕਰ ਫਾਰ ਵਰਕਿੰਗ ਓਵਰ ਦੇਅਰ ਹੈ ਨਾ, ਦੇਅਰ ਓਨ ਨੇਸ਼ਨ ਆਫ ਸਵਰਾਜ। ਉਹਨਾਂ ਨੇ ਮੀਨਸ ਆਪਦੇ ਅਕੋਰਡਿੰਗ ਹੀ ਉਹਨੂੰ ਮੀਨਸ ਸਵਰਾਜ ਨੂੰ, ਜੋ ਸਵਰਾਜ ਦਾ ਕੰਸੈਪਟ ਸੀ, ਉਹਨਾਂ ਨੇ ਆਪਦੇ ਅਕੋਰਡਿੰਗ ਹੀ ਉਹਨੇ ਮੀਨਸ ਉਹਨਾਂ ਨੇ ਮੋਡੀਫਾਈ ਕਰ ਲਿਆ ਸਵਰਾਜ ਨੂੰ। ਉਹ ਹੁਣ ਜਿੰਨੇ ਵੀ ਇਨਲੈਂਡ ਇਮੀਗ੍ਰੇਸ਼ਨ ਐਕਟ ਦੇ ਅਕੋਰਡਿੰਗ ਹੈ ਨਾ 1859 ਦੇ ਵਿੱਚ ਜੋ ਬਣਾਇਆ ਗਿਆ ਸੀਗਾ, ਉਹਨਾਂ ਦੇ ਅਕੋਰਡਿੰਗ ਕੋਈ ਵੀ ਪਲਾਂਟੇਸ਼ਨ ਦੇ ਵਿੱਚ ਜਿੰਨੇ ਵੀ ਪਲਾਂਟੇਸ਼ਨ ਵਰਕਰ ਸੀਗੇ ਉਹ ਉਸ ਏਰੀਏ ਦੇ ਵਿੱਚ, ਉਸ ਸਟੇਟ ਦੇ ਵਿੱਚ ਹੈ ਨਾ, ਸਟੇਟ ਦੇ ਵਿੱਚ ਉਹ ਕੰਮ ਕਰਦੇ ਸੀ, ਏਰੀਏ ਦੇ ਵਿੱਚ ਕੰਮ ਕਰਦੇ ਸੀ, ਉਰਾਂ ਪਰਾਂ ਨਹੀਂ ਜਾ ਸਕਦੇ ਸੀ ਹੈ ਨਾ। ਇਸੇ ਕਰਕੇ ਉਹਨਾਂ ਨੂੰ ਲੱਗਿਆ ਵੀ ਹੁਣ ਗਾਂਧੀ ਜੀ ਦਾ ਜੋ ਆਈਡੀਆ ਹੈਗਾ ਹੈ ਨਾ, ਸੁਤੰਤਰਤਾ ਭਾਰਤ ਹੈ ਨਾ, ਜਾਂ ਮੀਨ ਸਵਰਾਜ ਆਈਡੀਆ ਹੈਗਾ, ਤਾਂ ਉਹਨਾਂ ਨੇ ਬਾਈਕਾਟ ਕਰਤਾ ਪਲਾਂਟੇਸ਼ਨ ਫੀਲਡ ਦਾ। ਉਹ ਪਲਾਂਟੇਸ਼ਨ ਫੀਲਡ ਤੋਂ ਬਾਹਰ ਆ ਗਏ ਕਿਉਂਕਿ ਉਹਨਾਂ ਨੂੰ ਜੋ ਰੀਅਲ ਮੀਨਸ ਵਿਚ ਵਾਜ ਦਾ ਕੰਸੈਪਟ ਵਾਜ ਦਾ ਸਵਰਾਜ ਹੈ ਨਾ, ਜਸਟ ਦੇ ਮੀਨਸ ਉਹਨਾਂ ਨੂੰ ਜੋ ਬਾਈਕਾਟ ਕਰਨਾ ਚਾਹੀਦਾ ਸੀ, ਬਟ ਉਹਨਾਂ ਨੇ ਕੀ ਕੀਤਾ, ਮੀਨਸ ਉਹ ਜੋ ਜਿੱਥੇ ਕੰਮ ਕਰਦੇ ਸੀ ਉਹਨਾਂ ਨੇ ਜੋ ਪਲਾਂਟੇਸ਼ਨ ਫੀਲਡ ਸੀ, ਉਹਨਾਂ ਪਲਾਂਟੇਸ਼ਨ ਫੀਲਡ ਨੂੰ ਲੈਫਟ ਕਰਕੇ ਦੇ ਕੰਮ ਆਊਟਸਾਈਡ ਹੈ ਨਾ। ਅਤੇ ਲੇਟਰ ਮੀਨਸ ਜੋ ਬ੍ਰਿਟਿਸ਼ਰਸ ਗੌਰਮੈਂਟ ਸੀ ਉਹਨਾਂ ਨੇ ਦੁਬਾਰਾ ਫੜ ਕੇ ਫਿਰ ਉੱਥੇ ਛੱਡਤਾ ਉਹਨਾਂ ਨੂੰ। ਇਹ ਸਾਰਾ ਕੁਛ ਉਹਨਾਂ ਨੂੰ ਲੱਗਿਆ ਵੀ ਹੁਣ ਆਜ਼ਾਦੀ ਆ ਗਈ ਹੈ ਨਾ, ਜੋ ਮੀਨਸ ਗਾਂਧੀ ਜੀ ਆ ਗਏ ਸਾਡੇ ਨਾਲ ਨੇ, ਸੱਤਿਆਗ੍ਰਹਿ ਮੂਵਮੈਂਟ, ਨੋਨ ਕੋਆਪਰੇਸ਼ਨ ਮੂਵਮੈਂਟ ਇਜ਼ ਗੋਇੰਗ ਔਨ, ਸਵਰਾਜ ਇਜ਼ ਮੀਨਸ ਕੇਮ ਟੂ ਇਨ ਇੰਡੀਆ, ਨਾਓ ਵੀ ਆਰ ਫਰੀ ਨਾ, ਵੀ ਹੁਣ ਅਸੀਂ ਫਰੀ ਹਾਂ, ਹੁਣ ਪਲਾਂਟ ਜੋ ਫੀਲਡ ਸੀ ਉਹ ਛੱਡ ਕੇ ਬਾਹਰ ਆ ਗਏ ਹੈ ਨਾ। ਸੋ ਇਹਦੇ ਨਾਲ ਕੀ ਹੋਇਆ, ਇੱਕ ਸੁਤੰਤਰ ਭਾਰਤ ਦਾ ਜੋ ਆਈਡੀਆ ਹੈ ਨਾ ਲੋਕਾਂ ਦੇ ਵਿੱਚ, ਮਾਈਂਡ ਦੇ ਵਿੱਚ ਜਾਂ ਇਨਸਾਈਡ ਦਾ ਹਾਰਟ ਮੀਨਸ ਡਿਵੈਲਪ ਹੋਇਆ ਹੈ ਨਾ। So this is the different stands within the movement, how people participated in the movements, non-cooperation movements. Now the next topic you have towards civil disobedience movement. Non-cooperation movement you can see here in purple color. Non-cooperation movement Jan 1921, Feb 1922, and civil disobedience in right side 1930 to 1931, but April to March 1931, April 1930, March 1931. So 1922 and 1930 there are 8 years. This is the gap. Non-cooperation movement was nationwide movement. Again
Gandhi ji launched nation movement, you can say, civil disobedience movement started in 1930. But what was the time, what was happening in this time period, between 1922 and 1930? What was happening? And now means here the means recap one thing more, one thing important is there. How means why Gandhi ji called off non-cooperation movement? उन्होंने call non-cooperation movement ਨੂੰ ਬੰਦ ਕਿਉਂ ਕਰਿਆ ਸੀ? Because of ਚੌਰੀ ਚੌਰਾ ਜੋ incident ਹੋਇਆ ਸੀ, violation ਹੋ ਗਈ ਸੀ. That's why Gandhi ji called off the non-cooperation movement. Now means non-cooperation movement called off ਕਰਨਾ ਪਿਆ. ਗਾਂਧੀ ਜੀ ਨੇ ਸੋਚਿਆ ਸੀ, ਹਾਂਜੀ, ਜੋ ਟਾਈਮ ਪੀਰੀਅਡ ਸੀ ਨਾ, ਜੋ ਟਾਈਮ ਪੀਰੀਅਡ ਸੀਗਾ, ਗਾਂਧੀ ਜੀ ਨੇ ਮੀਨਸ ਸੋਚਿਆ ਵੀ ਜੋ ਨਾਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਹੈ ਨਾ ਵਾਇਓਲੇਸ਼ਨ ਕ੍ਰੀਏਟ ਹੋਈ, ਤਾਂ ਉਹਨਾਂ ਨੇ ਗਾਂਧੀ ਜੀ ਨੇ ਸੋਚਿਆ ਵੀ ਹਜੇ ਸਟਿਲ ਟ੍ਰੇਨਿੰਗ ਦੀ ਲੋੜ ਹੈ, ਟ੍ਰੇਨਿੰਗ ਆਫ ਪੀਪਲ ਫॉर ਅਨਦਰ ਮਾਸ ਸਟਰਗਲ. So Gandhi ji wanted to start the next nation movement, but before it Gandhi ji wanted to give the training to the people. ਤਾਂ ਲੋਕਾਂ ਨੂੰ ਸਟਿਲ ਟ੍ਰੇਨਿੰਗ ਦੇਣਾ ਚਾਹੁੰਦੇ ਸੀ, ਜਾਂ ਗਾਂਧੀ ਜੀ ਸੋਚਦੇ ਸੀ ਵੀ ਹਜੇ ਲੋਕਾਂ ਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ. ਸਟਿਲ they did not know about the ਸੱਤਿਆਗ੍ਰਹਿ. what is ਸੱਤਿਆਗ੍ਰਹਿ? ਜੋ ਨੋਨ ਵਾਇਓਲੇਸ਼ਨ ਹੈਗਾ, ਨੋਨ ਵਾਇਓਲੈਂਸ ਮੂਵਮੈਂਟ ਹੈਗੀ ਜਾਂ ਟੂਲ ਹੈਗਾ ਨਾ, ਉਹਨੂੰ ਹਜੇ ਮੀਨਸ ਦੇ ਪੀਪਲ ਦੇ ਆਰ ਨੋਟ ਗੈਟਿੰਗ ਵਟ ਇਜ਼ ਦਿਸ. ਸੋ ਦਿਸ ਪੀਰੀਅਡ ਦੇ ਵਿੱਚ ਇਹ ਕੁਛ ਹੋਇਆ ਨਾ, ਟ੍ਰੇਨਿੰਗ ਹੋਈ, ਸਵਰਾਜ ਪਾਰਟੀ ਬਣਾਈ ਗਈ. ਠੀਕ ਹੈ ਜੀ, ਸਵਰਾਜ ਪਾਰਟੀ ਵਟ ਦੇ ਡਿਟ CR ਦਾਸ ਜੋ ਸੀਗੇ ਮੋਤੀ ਲਾਲ ਨਹਿਰੂ, ਜੋ ਜਵਾਹਰ ਲਾਲ ਨਹਿਰੂ ਦੇ ਪਿਤਾ ਜੀ, ਠੀਕ ਹੈ, ਉਹਨਾਂ ਨੇ ਸਵਰਾਜ ਪਾਰਟੀ ਬਣਾਈ ਗਈ ਜੀ. ਅਤੇ ਕੁਛ ਡਿਸਪਿਊਟ ਜਾਂ ਆਰਗੂਟ ਹੋਏ, ਪਾਰਟੀਸਪੇਟ ਇਨ ਕੌਂਸਲ ਇਲੈਕਸ਼ਨਸ ਦੇ ਵਿੱਚ ਪਾਰਟੀਸਪੇਟ ਕੀਤਾ ਗਿਆ. ਐਂਡ ਇਕਨੋਮਿਕ ਡਿਪਰੈਸ਼ਨ 1924 ਦੇ ਜੇ ਅਸੀਂ ਗੱਲ ਕਰੀਏ, 1924 ਦੇ ਵਿੱਚ ਇਕਨੋਮਿਕ ਡਿਪਰੈਸ਼ਨ ਆਇਆ ਹੈ ਨਾ USA ਦੇ ਵਿੱਚ, ਹੈ ਨਾ. ਐਗਰੀਕਲਚਰ ਪ੍ਰਾਈਜ਼ਸ ਸੀਗੀਆਂ ਜਿਹੜੀਆਂ, ਫਾਲ ਇਨ ਐਗਰੀਕਲਚਰ ਪ੍ਰਾਈਜ਼ਸ, ਜੋ ਐਗਰੀਕਲਚਰ ਪ੍ਰੋਡਕਟਸ ਦੇ ਪ੍ਰਾਈਸ ਸੀ, ਹੈ ਨਾ. ਇਨਫਲੇਸ਼ਨ ਐਂਡ ਡਿਫਲੇਸ਼ਨ ਆਇਆ, ਹੈ ਨਾ. ਪ੍ਰਾਈਜ਼ਸ ਡਾਊਨ ਹੋਈਆਂ. ਕੰਟਰੀ ਸਾਈਡ ਵਾਜ਼ ਇਨ turmoil as peasants were not able to sell their harvest and pay a revenue. Not present, here present is peasants as were not able to means jo agriculture the prices, they were not getting sufficient prices of the crop of the harvest. ਠੀਕ ਹੈ ਨਾ, ਉਹ ਕਿਸੇ ਵੀ ਜੋ ਫਸਲ ਸੀਗੀ ਉਹਨਾਂ ਦੇ ਮੀਨਸ ਜੋ ਪ੍ਰਾਈਜ਼ ਉਹਨਾਂ ਨੂੰ ਸਹੀ ਨਹੀਂ ਮਿਲ ਰਹੇ ਸੀ, ਘੱਟ ਮਿਲ ਰਹੇ ਸੀ, ਕਿਉਂਕਿ ਪ੍ਰਾਈਜ਼ਸ ਡਾਊਨ ਹੋ ਗਈ ਸੀ ਬਿਕੋਜ਼ ਆਫ ਰਸੈਸ਼ਨ ਆ ਗਿਆ ਸੀਗਾ, ਇਕਨੋਮਿਕ ਡਿਪਰੈਸ਼ਨ ਸੀ ਐਟ ਦੈਟ ਟਾਈਮ. ਤਾਂ ਉਹ ਮੀਨਸ ਦੇ ਵਰ ਨੋਟ ਏਬਲ ਟੂ ਸੈਲ ਦੇਅਰ ਹਾਰਵੈਸਟ, ਉਹ ਮੀਨਸ ਫਸਲ ਨੂੰ ਨਹੀਂ ਵੇਚ ਰਹੇ ਸੀ, ਅਤੇ ਜਿਹਦੇ ਕਰਕੇ ਉਹ ਆਪਣਾ ਜੋ ਰੈਵਨਿਊ ਸੀਗਾ, ਲੈਂਡ ਰੈਵਨਿਊ, ਉਹ ਵੀ ਨਹੀਂ ਦੇ ਰਹੇ ਸੀ. ਤਾਂ ਇਸੇ ਮੀਨਸ ਬਿਟਵੀਨ 1922 1930 ਸੋ ਸਾਈਮਨ ਕਮਿਸ਼ਨ ਵੀ ਆਇਆ ਸੀ ਇੰਡੀਆ ਦੇ ਵਿੱਚ 1927 ਦੇ ਵਿੱਚ. ਜਦੋਂ ਗੌਰਮੈਂਟ ਚੇਂਜ ਹੁੰਦੀ ਹੈ ਇੰਗਲੈਂਡ ਦੇ ਵਿੱਚ ਹੁੰਦੀ ਸੀ, ਤਾਂ ਇੱਕ ਕਮਿਸ਼ਨ ਬੁਲਾਇਆ ਜਾਂਦਾ ਸੀਗਾ ਨਾ ਫॉर ਦ ਰੀਫਾਰਮੇਸ਼ਨ ਫॉर ਨਿਊ ਕੌਨਸਟੀਟਿਊਸ਼ਨ, ਹੈ ਨਾ, ਜੋ ਵੀ ਚੇਂਜਸ ਕੀਤੀਆਂ ਜਾਂਦੀਆਂ ਸੀ ਇੰਡੀਆ ਦੇ ਕੌਨਸਟੀਟਿਊਸ਼ਨ ਦੇ ਵਿੱਚ, ਜੋ ਬ੍ਰਿਟਿਸ਼ਰਸ ਨੇ ਬਣਾਇਆ ਹੋਇਆ ਸੀ. ਤਾਂ ਕੁਛ ਆਫਰਸ ਲੈ ਕੇ ਜਾਂ ਕੁਛ ਚੇਂਜਸ ਲੈ ਕੇ ਸਰ ਜੌਨ ਕਮਿਸ਼ਨ ਨੂੰ ਬੁਲਾਇਆ ਗਿਆ ਸੀ, ਸਰ ਜੌਨ ਸਾਈਮਨ ਨੂੰ. ਠੀਕ ਹੈ ਜੀ, ਬਟ ਇਹਦੇ ਵਿੱਚ ਜੋ means in this team you can say, in the commission Indian leader was not there, Indian member was not there, India ਦਾ ਇੱਕ ਵੀ ਮੈਂਬਰ ਨਹੀਂ ਸੀ ਇਹਦੇ ਵਿੱਚ. ਠੀਕ ਹੈ ਜੀ, ਤਾਂ ਜੋ Indians protest against the Simon Commission with the slogan of go back Simon. so go back Simon ਦੇ ਨਾਰੇ ਜੋ ਪ੍ਰੋਟੈਸਟ ਦੇ ਵਿੱਚ ਲਾਏ ਗਏ, ਵੀ ਜੋ ਸਾਈਮਨ ਕਮਿਸ਼ਨ ਲਾਇਆ ਮੀਨਸ go back, ਹੈ ਨਾ, ਵਾਪਸ ਚਲੇ ਜਾਓ. We are not accepting because of single Indian member is not in your commission just. So these movements you can say, these important things happened between the 1922 and 1930. So now the means
Simon Commission, they protested against the Simon Commission. Now, how the government react, how the counter this है ना, फिर ये जो ब्रिटिश गवर्नमेंट सी, ब्रिटिश गवर्नमेंट सी, तो उन्होंने डोमेन स्टेटस एंड राउंड टेबल जो कॉन्फ्रेंस सी उन्होंने मीनस राउंड टेबल जो कॉन्फ्रेंस सी उन्होंने मीनस एक लालच दिता गया भी तुसीं अपनी जो इंडिपेंडेंट जिते स्टेट दे विच रहने तुसीं इंडिपेंडेंट गवर्नमेंट बना सकते हो, यू कैन मेक ओन गवर्नमेंट इंडिपेंडेंटली, बट यू विल बी स्टिल अंडर द ब्रिटिश गवर्नमेंट, यू विल बी स्टे भी तुसीं रहोगे ब्रिटिश गवर्नमेंट दे अंदर। ते राउंड टेबल कॉन्फ्रेंस जो फस्ट राउंड टेबल कॉन्फ्रेंस हुई सी इंग्लैंड दे विच, लंडन दे विच, तां उहदे लई उन्हां नूं ऑफर किया गया इंडियंस लीडर नूं, कांग्रेस लीडर नूं, है ना, जो कांग्रेस नूं कहा गया भी तुसीं राउंड टेबल कॉन्फ्रेंस दे विच पार्टिसिपेट करो। ठीक है जी। तो लाहौर दे विच लाहौर कांग्रेस सैशन होया 1929 दे विच, 1929 दे विच एक सैशन होया लाहौर दे विच, दसंबर 1929, कीप इन माइंड दसंबर 1929 दे विच ही जो सैशन होया सी तो इत्थे जो यंग एंड रेडिकल लीडर सी जिवें जवाहर लाल नेहरू हो गए, सुभाष चंद्र बोस हो गए, दे वर नॉट सैटिस्फाइड विद द डोमेन स्टेटस एंड राउंड टेबल कॉन्फ्रेंस, they did not means they did not wanted to participated in the round table conference। वो किसी भी कॉन्फ्रेंस ਦੇ ਵਿੱਚ पार्टिसिपेट नहीं करना चाਹੁੰਦੇ ਸੀ, ठीक है। वो पूर्ण स्वराज चाਹੁੰਦੇ ਸੀ, मीनस पूर्ण आज़ादी चाਹੁੰਦੇ ਸੀਗੇ जो यंग लीडर ਸੀਗੇ। ਤਾਂ ਇਸੇ ਕਰਕੇ ਜੋ ਕਾਂਗਰਸ ਦਾ ਜੋ ਲਾਹੌਰ ਕਾਂਗਰਸ ਸੈਸ਼ਨ ਹੋਇਆ ਸੀਗਾ ਲਾਹੌਰ ਦੇ ਵਿੱਚ ਦਸੰਬਰ 1929 ਦੇ ਵਿੱਚ, ਤਾਂ ਦਸੰਬਰ 1929 ਦੇ ਵਿੱਚ ਉਹਨਾਂ ਨੇ ਇਹ ਫਿਕਸ ਕੀਤਾ ਸੀ ਵੀ ਜੋ 1930 ਦੇ ਵਿੱਚ ਜਨਵਰੀ 26 जनवरी जो आ रही है ना, 26 जनवरी ऑन 26 जनवरी 1930 वी विल सैलीब्रेट द इंडिपेंडेंस डे ना, भी इंडिपेंडेंस डे असीं सैलीब्रेट करांगे 1930 ਨੂੰ, ठीक है जी। बट ये नहीं होया, सम ਸਰਕਮਸਟੈਂਸਿਸ ਵਾਸ देयर ओवर देयर यू कैन से, ये नहीं होया पूर्ण स्वराज का जो इंडिपेंडेंस का सीगा। फिर गांधी जी ने एक सॉल्ट मार्च है ना, जो सॉल्ट मार्च के थ्रू ਅਸੀਂ ਕਹਿ ਦਈਏ ਵੀ ਜਦੋਂ ਸੌਲਟ ਲਾਅ ਨੂੰ ਬ੍ਰੇਕ ਕੀਤਾ ਗਿਆ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੀ ਜੋ ਸਟਾਰਟਿੰਗ ਹੋਈ ਹੈ, ਬਿਗਨਿੰਗ ਆਫ ਦਾ ਸਿਵਲ ਡਿਸਓਬੀਡੀਐਂਸ ਮੂਵਮੈਂਟ। ਬਟ ਸੌਲਟ ਮਾਰਚ ਦਾ ਜੋ ਇੱਕ ਬੈਕਗਰਾਉਂਡ ਆ ਹੈ ਨਾ, ਕਾਲਮਸ ਬੈਕਗਰਾਉਂਡ ਮੈਂ ਪੜ੍ਹ ਰਿਹਾ ਹੈਗਾ। ਜਦੋਂ ਜਨਵਰੀ 1930 ਦੇ ਵਿੱਚ ਨਹੀਂ ਇਹ ਕੁਛ ਹੋਇਆ ਹਨ, ਤਾਂ 31 ਮਾਰਚ 26 ਜਨਵਰੀ 1930 ਨੂੰ ਉਹਨਾਂ ਡਿਕਲੇਅਰ ਕੀਤਾ ਸੀ, ਪਰ ਉਦੋਂ 5 ਡੇਜ਼ ਆਫਟਰ 5 ਡੇਜ਼ 31 जनवरी 1930 गांधी जी sent a letter to Viceroy Irwin stating 11 demands ਹਨ। ਤਾਂ ਉਹਨਾਂ ਨੇ ਗਾਂਧੀ ਜੀ ਨੇ ਇੱਕ ਲੈਟਰ ਲਿਖਿਆ ਇਰਵਨ ਨੂੰ, ਲਾਰਡ ਇਰਵਨ ਨੂੰ, ਉਹਦੇ ਵਿੱਚ 11 ਡਿਮਾਂਡਸ ਸੀਗੀਆਂ। ਉਸ 11 ਡਿਮਾਂਡਸ ਦੇ ਵਿੱਚ ਇੱਕ ਡਿਮਾਂਡ ਸੀ ਵੀ ਜੋ ਸਾਲਟ ਦੇ ਵਿੱਚ ਟੈਕਸ ਲਾਇਆ ਜਾਂਦਾ ਹੈਗਾ, ਕਿਉਂਕਿ ਹਰੇਕ ਬੰਦਾ ਵੀ ਗਰੀਬ ਅਮੀਰ ਸਾਰੇ ਸਾਲਟ ਨੂੰ ਯੂਜ਼ ਕਰਦੇ ਨੇ, ਹੈ ਨਾ, ਅਤੇ ਵੀ ਇਹਦੇ ਉੱਪਰ ਜੋ ਟੈਕਸ ਲਾਇਆ ਜਾਂਦਾ ਹੈਗਾ ਇਸ ਨੂੰ ਖਤਮ ਕੀਤਾ ਜਾਵੇ, ਹੈ ਨਾ। ਅਤੇ ਮੀਨਸ ਇਸ ਨੂੰ 11 ਮਾਰਚ ਤੱਕ ਇੱਕ ਅਲਟੀਮੇਟ ਸਮਝਿਆ ਜਾਵੇ ਇਸ ਨੂੰ, ਹੈ ਨਾ, ਵੀ 11 ਮਾਰਚ ਤੱਕ ਜੋ ਸਾਡੀਆਂ ਡਿਮਾਂਡਸ ਨੇ ਹੈ ਨਾ ਉਹ ਪੂਰੀਆਂ ਕੀਤੀਆਂ ਜਾਣ। ਤਾਂ ਗਾਂਧੀ ਜੀ ਨੇ ਜੋ ਇਰਵਨ ਸੀਗਾ ਨਾ, ਲਾਰਡ ਇਰਵਨ ਸੀ, ਉਹਨੇ ਕੋਈ ਨੈਗੋਸ਼ੀਏਸ਼ਨ ਕੋਈ ਗੱਲਬਾਤ ਨਹੀਂ ਕੀਤੀ, ਠੀਕ ਹੈ ਜੀ। ਗਾਂਧੀ ਜੀ ਨੇ ਫਿਰ ਸੌਲਟ ਮਾਰਚ ਸੀ ਜੋ ਸਟਾਰਟ ਕਰਤਾ, ਠੀਕ ਹੈ ਜੀ। 200 ਮਾਈਲਸ ਤੱਕ ਉਹ 24 ਡੇਜ਼ ਤੱਕ ਚੱਲੇ ਵਿਦ 78 ਫੋਲੋਅਰਸ। ਹੁਣ 78 ਫੋਲੋਅਰਸ, ਗਾਂਧੀ ਜੀ ਸਿਲੈਕਟਡ ਓਨਲੀ 78 ਫੋਲੋਅਰਸ, ਹੈ ਨਾ, ਵਿਚ ਕੁਡ ਮੀਨਸ ਵਾਕ ਫਾਸਟਰਸ, ਜਿਹੜੇ ਮੀਨਸ ਤੇਜ਼ ਚੱਲ ਸਕਦੇ ਸੀ, ਹੈ ਨਾ, ਜਿਹੜੇ ਤੇਜ਼ ਚੱਲ ਸਕਦੇ ਸੀ 78 ਫੋਲੋਅਰਸ ਨੂੰ ਉਹਨਾਂ ਨੇ ਸਿਲੈਕਟ ਕੀਤਾ ਸੀ, ਠੀਕ ਹੈ ਜੀ। 6 ਅਪ੍ਰੈਲ 1930 ਨੂੰ ਉਹਨਾਂ ਨੇ ਡਾਂਡੀ ਇਜ਼ ਅ ਪੋਰਟ ਸਿਟੀ ਆਫ ਗੁਜਰਾਤ, ਉੱਥੇ ਜਾ ਕੇ ਮੀਨਸ ਪਾਣੀ ਨੂੰ ਬੋਇਲ ਕੀਤਾ, ਬੋਇਲ ਕਰਕੇ ਮੀਨਸ ਜੋ ਸਾਲਟ ਨੂੰ ਬਣਾਇਆ ਗਿਆ, ਮੈਨੂਫੈਕਚਰ ਕੀਤਾ ਗਿਆ। ਜੋ ਸਾਲਟ ਲਾਅ ਸੀਗਾ ਮੋਨੋਪਲੀ ਸੀ, ਹੈ ਨਾ, ਬ੍ਰਿਟਿਸ਼ ਗਵਰਨਮੈਂਟ ਹੈਡ ਮੋਨੋਪਲੀ ਟੂ ਮੈਨੂਫੈਕਚਰਡ ਸਾਲਟ ਬਿਕੋਜ਼ ਆਫ ਮੀਨਸ ਜੋ ਸਾਲਟ ਸੀਗਾ ਉਹ ਓਨਲੀ ਬ੍ਰਿਟਿਸ਼ਰਸ ਬਣਾ ਸਕਦੇ ਸੀ, ਮੋਨੋਪਲੀ ਸੀ ਉਹਨਾਂ ਕੋਲ, ਇੱਕ ਅਧਿਕਾਰ ਸੀ ਯੂ ਕੈਨ ਸੇ, ਨਾ, ਹੋਰ ਕੋਈ ਨਹੀਂ ਬਣਾ ਸਕਦਾ ਸੀ। ਤਾਂ ਉਹਨਾਂ ਨੇ ਜੋ ਲਾਅ ਸੀ ਉਹਨੂੰ ਬ੍ਰੇਕ ਕੀਤਾ। So there is the beginning of the civil disobedience movement. So about the beginning of the civil disobedience movement, so in the next
video we will share about, we will talk about the beginning of the civil disobedience movement. Thank you so much.